ਕੈਨੇਡੀਅਨ ਸਰਕਾਰ ਨੇ ਖੋਲ੍ਹਿਆ ਰਾਹ ਪੀਆਰ ਦਾ ਕੈਨੇਡਾ ਵਿੱਚ ਰਹਿ ਰਹੇ ਇੰਟਰਨੈਸ਼ਨਲ ਸਟੂਡੈਂਟਸ ਅਤੇ ਟੈਂਪਰੇਰੀ ਹੈਲਥ ਕੇਅਰ ਵਰਕਰਸ ਵਾਸਤੇ। ਕੈਨੇਡਾ ਵਿੱਚ ਹੁਣ 12 ਸਾਲ ਦੀ ਉਮਰ ਵਾਲੇ ਵੀ ਲਵਾ ਸਕਦੇ ਨੇ ਫਾਈਜ਼ਰ ਕੋਵਿਡ-19 ਵੈਕਸੀਨ ਲੈਣ ਵਾਲਿਆਂ ਨੂੰ ਮਿਲ ਸਕਦਾ ਹੈ ਵੈਕਸੀਨ ਪਾਸਪੋਰਟ। ਤੇ ਦਿੱਲੀ ਹਾਈ ਕੋਰਟ ਨੇ ਲਾਈ ਝਾੜ ਕੇਂਦਰ ਸਰਕਾਰ ਨੂੰ ਕਿਹਾ ਸ਼ੁਤਰਮੁਰਗ ਵਾਂਗ ਰੇਤ ਵਿੱਚ ਰੱਖਿਆ ਹੋਇਆ ਸਿਰ ਬਾਹਰ ਕੱਢੇ ਲੋਕਾਂ ਦੀ ਸਾਰ ਲਏ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰਸਾਰ ਹਫ਼ਤਾਵਾਰ, ਮੈਂ ਅਮਨਿੰਦਰ ਕਰੇਵਾਲ। ਕੈਨੇਡਾ ਵਿੱਚ ਰਹਿੰਦੇ 90,000 ਐਸੈਂਸ਼ੀਅਲ ਵਰਕਰਸ ਅਤੇ ਪਿਛਲੇ 4 ਸਾਲਾਂ ਵਿੱਚ ਕੈਨੇਡੀਅਨ ਵਿਦਿਅਕ ਅਦਾਰਿਆਂ ਤੋਂ ਗ੍ਰੈਜੂਏਟ ਹੋਏ ਇੰਟਰਨੈਸ਼ਨਲ ਗ੍ਰੈਜੂਏਟਸ ਵਾਸਤੇ ਕੈਨੇਡੀਅਨ ਸਰਕਾਰ ਵੱਲੋਂ ਚਲਾਏ ਗਏ ਨਵੇਂ ਪਰਮਨੈਂਟ ਰੈਜ਼ੀਡੈਂਸੀ ਪ੍ਰੋਗਰਾਮ ਤਹਿਤ ਅਰਜ਼ੀਆਂ ਲੈਣ ਦਾ ਕੰਮ 6 ਮਈ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਪੈਸ਼ਲ ਪਬਲਿਕ ਪਾਲਿਸੀ ਤਹਿਤ ਉਨ੍ਹਾਂ ਟੈਂਪਰੇਰੀ ਵਰਕਰਸ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਨੂੰ ਪਰਮਨੈਂਟ ਰੈਜ਼ੀਡੈਂਸੀ ਮਿਲੇਗੀ ਜੋ ਪਹਿਲਾਂ ਤੋਂ ਹੀ ਕੈਨੇਡਾ ਵਿੱਚ ਰਹਿ ਕੇ ਕੈਨੇਡੀਅਨ ਇਕੋਨਮੀ ਵਿੱਚ ਯੋਗਦਾਨ ਪਾ ਰਹੇ ਹੋਣ। 6 ਮਈ ਤੋਂ ਸ਼ੁਰੂ ਕੀਤੇ ਗਏ ਇਸ ਪ੍ਰੋਸੈਸ ਤਹਿਤ ਐਲੀਜੀਬਲ ਵਿਅਕਤੀ IRCC ਦੇ ਆਨਲਾਈਨ ਪੋਰਟਲ ਤੇ ਜਾ ਕੇ ETD ਟੀਮ ਤੋਂ ਅਪਲਾਈ ਕਰ ਸਕਦੇ ਨੇ। ਹੈਲਥ ਕੇਅਰ ਪ੍ਰੋਫੈਸ਼ਨਸ ਅਤੇ ਹੋਰ ਪ੍ਰੀ ਅਪਰੂਵਡ ਐਸੈਂਸ਼ੀਅਲ ਆਕੂਪੇਸ਼ਨਸ ਵਾਲੇ ਜੇਕਰ 1 ਸਾਲ ਦਾ ਕੈਨੇਡੀਅਨ ਐਕਸਪੀਰੀਅੰਸ ਰੱਖਦੇ ਹੋਣ ਤਾਂ ਉਹ ਅਪਲਾਈ ਕਰ ਸਕਣਗੇ। ਪ੍ਰੀ ਅਪਰੂਵਡ ਆਕੂਪੇਸ਼ਨਸ ਵਿੱਚ ਉਹ ਕਿੱਤੇ ਨੇ ਜਿਨ੍ਹਾਂ ਨੂੰ ਐਸੈਂਸ਼ੀਅਲ ਵਰਕਰਸ ਮੰਨਿਆ ਗਿਆ ਹੋਵੇ ਤੇ ਉਹ ਵਾਕਈ ਕੋਵਿਡ-19 ਦੇ ਟਾਕਰੇ ਵਿੱਚ ਦੇਸ਼ ਦੀ ਇਕੋਨਮੀ ਨੂੰ ਚੱਲਦੇ ਰੱਖਣ ਲਈ ਮਦਦ ਕਰ ਰਹੇ ਹੋਣ। ਤੇ ਉਹੀ ਇੰਟਰਨੈਸ਼ਨਲ ਗ੍ਰੈਜੂਏਟਸ ਵੀ PR ਲਈ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਨੇ 2017 ਜਾਂ ਉਸ ਤੋਂ ਬਾਅਦ ਕੈਨੇਡਾ ਵਿੱਚ ਕਿਸੇ ਮਨਜ਼ੂਰਸ਼ੁਦਾ ਵਿਦਿਅਕ ਅਦਾਰੇ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ। ਪੋਰਟਲ ਉਂਝ ਤਾਂ 5 ਨਵੰਬਰ 2021 ਤੱਕ ਖੁੱਲ੍ਹਾ ਰਹਿਣਾ ਹੈ, ਪਰ ਜਿਸ ਹਿਸਾਬ ਨਾਲ ਪਹਿਲੇ ਹੀ ਦਿਨ ਅਰਜ਼ੀਆਂ ਆਈਆਂ ਨੇ, ਜੇਕਰ 90,000 ਤੱਕ ਅਰਜ਼ੀਆਂ ਦਾ ਟੀਚਾ ਪਹਿਲਾਂ ਪੂਰਾ ਹੋ ਗਿਆ ਤੇ ਪੋਰਟਲ ਪਹਿਲਾਂ ਵੀ ਬੰਦ ਹੋ ਸਕਦਾ ਹੈ। ਲਈਆਂ ਜਾ ਰਹੀਆਂ ਅਰਜ਼ੀਆਂ ਵਿੱਚ 20,000 ਐਪਲੀਕੇਸ਼ਨਸ ਹੈਲਥ ਕੇਅਰ ਵਿਚਲੇ ਟੈਂਪਰੇਰੀ ਵਰਕਰਸ ਦੀਆਂ ਲਈਆਂ ਜਾਣਗੀਆਂ, 30,000 ਐਪਲੀਕੇਸ਼ਨਸ ਹੋਰਨਾਂ ਸਿਲੈਕਟਡ ਐਸੈਂਸ਼ੀਅਲ ਆਕੂਪੇਸ਼ਨਸ ਨਾਲ ਜੁੜੇ ਟੈਂਪਰੇਰੀ ਵਰਕਰਸ ਦੀਆਂ ਤੇ 40,000 ਐਪਲੀਕੇਸ਼ਨ ਉਹਨਾਂ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਲਈਆਂ ਜਾਣੀਆਂ ਨੇ ਜਿਨ੍ਹਾਂ ਨੇ ਪਿਛਲੇ 4 ਸਾਲਾਂ ਵਿੱਚ ਕੈਨੇਡਾ ਵਿੱਚ ਰਹਿ ਕੇ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਇੰਟਰਨੈਸ਼ਨਲ ਸਟੂਡੈਂਟਸ ਦੇ ਓਨਟਾਰੀਓ ਆਉਣ ਤੇ ਕੁਝ ਦੇਰ ਲਈ ਰੋਕ ਲਾ ਦੇਣ ਨੂੰ ਕਿਹਾ ਹੈ ਤੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਸ ਉੱਪਰ ਵਿਚਾਰ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਗੱਲ ਨੂੰ 1 ਹਫ਼ਤੇ ਤੋਂ ਵੱਧ ਹੋ ਚੁੱਕਿਆ ਹੈ ਪਰ ਅਜੇ ਤੱਕ ਕੋਈ ਫੈਸਲਾ ਲਿਆ ਨਹੀਂ ਗਿਆ। ਉਧਰ ਕੈਨੇਡਾ ਵੱਲੋਂ ਇੰਡੀਆ ਤੋਂ ਆ ਰਹੀਆਂ ਡਾਇਰੈਕਟ ਫਲਾਈਟਸ ਤੇ ਰੋਕ ਲਾਉਣ ਕਾਰਨ ਕਈ ਵਿਅਕਤੀਆਂ ਨੇ US ਦੀਆਂ ਫਲਾਈਟਸ ਲੈ ਕੇ ਕੈਨੇਡਾ ਦੀਆਂ ਲੈਂਡ ਬਾਰਡਰ ਕ੍ਰਾਸਿੰਗਸ ਤੋਂ ਇੱਥੇ ਆਉਣਾ ਸ਼ੁਰੂ ਕਰ ਦਿੱਤਾ ਸੀ, ਪਰ 4 ਮਈ ਨੂੰ US ਨੇ ਵੀ ਭਾਰਤ ਤੋਂ ਆਉਣ ਵਾਲੇ ਗੈਰ ਅਮਰੀਕੀ ਸਿਟੀਜ਼ਨਸ ਦੀ ਆਮਦ ਤੇ ਰੋਕ ਲਾ ਦਿੱਤੀ। US ਦੀ ਇਸ ਸਖਤੀ ਨਾਲ ਸ਼ਾਇਦ ਕੈਨੇਡਾ ਦਾ ਕੁਝ ਭਲਾ ਹੋ ਜਾਏ ਤੇ ਉਹ ਵੇਰੀਐਂਟ ਤੋਂ ਬਚ ਜਾਏ। ਹਾਲਾਂਕਿ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਇਸ ਨਰਮ ਦਿਲੀ ਦੀ ਵਜ੍ਹਾ ਨਾਲ ਕੈਨੇਡਾ ਵੀ ਭਾਰਤੀ ਵੇਰੀਐਂਟਸ ਦੇ ਕੇਸਿਸ ਡਾਇਰੈਕਟ ਫਲਾਈਟਸ ਬੰਦ ਹੋਣ ਦੇ ਬਾਵਜੂਦ ਦਰਜ ਕਰਾ ਰਿਹਾ ਹੈ। ਤੇ ਉਧਰ ਆਸਟ੍ਰੇਲੀਆ ਦੀ ਸਰਕਾਰ ਦੀ ਸਖਤੀ ਵੇਖੋ ਜਿਸ ਨੇ ਭਾਰਤ ਗਏ ਆਪਣੇ ਹੀ ਨਾਗਰਿਕਾਂ ਨੂੰ ਵੀ ਫਿਲਹਾਲ ਆਸਟ੍ਰੇਲੀਆ ਦਾ ਮੂੰਹ ਨਾ ਕਰਨ ਨੂੰ ਕਹਿ ਦਿੱਤਾ ਹੈ। ਕਿਹਾ ਗਿਆ ਹੈ ਕਿ ਜੇਕਰ ਉਹ ਫਿਲਹਾਲ ਆਸਟ੍ਰੇਲੀਆ ਆਏ ਤਾਂ ਜੇਲ੍ਹ ਉਹਨਾਂ ਦਾ ਇੰਤਜ਼ਾਰ ਕਰ ਰਹੀ ਹੈ। ਤੇ ਉਧਰ US ਜਿੱਥੇ ਵੈਕਸੀਨ ਲੈਣ ਵਾਲਿਆਂ ਦੀ ਗਿਣਤੀ 100 ਮਿਲੀਅਨ ਨੂੰ ਕਦੋਂ ਤਾਂ ਪਾਰ ਕਰ ਗਈ, ਅਮਰੀਕੀ ਸੂਬਿਆਂ ਵਿੱਚ ਲੱਗੀ ਸਟੇਟ ਆਫ ਐਮਰਜੈਂਸੀ ਹੌਲੀ-ਹੌਲੀ ਹਟਾਈ ਜਾ ਰਹੀ ਹੈ। ਵੈਕਸੀਨ ਦੀਆਂ ਪੂਰੀਆਂ ਡੋਜ਼ਸ ਲੈ ਚੁੱਕੇ ਅਮਰੀਕੀ ਬਗੈਰ ਮਾਸਕ ਦੇ ਹੁਣ ਜਨਤਕ ਥਾਵਾਂ ਤੇ ਵੀ ਘੁੰਮ ਸਕਦੇ ਨੇ। ਕੈਨੇਡਾ ਵਿੱਚ ਕੋਵਿਡ-19 ਇਮਿਊਨਾਈਜੇਸ਼ਨ ਦਾ ਕੰਮ ਯਾਨੀ ਟੀਕੇ ਲਾਉਣ ਦਾ ਕੰਮ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ। ਫੈਡਰਲ ਸਰਕਾਰ ਨੇ ਟੀਕਾ ਲਵਾਉਣਾ ਲਾਜ਼ਮੀ ਤਾਂ ਨਹੀਂ ਕੀਤਾ ਪਰ ਨਾਲ ਹੀ ਇਹ ਵੀ ਕਹਿ ਦਿੱਤਾ ਹੈ ਕਿ ਆਉਂਦੇ ਸਮੇਂ ਵਿੱਚ ਅਜਿਹਾ ਨਿਯਮ ਬਣ ਸਕਦਾ ਹੈ ਕਿ ਵੈਕਸੀਨ ਦੀ ਪੇਸ਼ਕਸ਼ ਕਰਨ ਦੇ ਬਾਵਜੂਦ ਵੈਕਸੀਨ ਨਾ ਲਵਾਉਣ ਵਾਲਿਆਂ ਨੂੰ ਜੇਕਰ ਕੋਵਿਡ-19 ਹੁੰਦਾ ਹੈ, ਉਹ ਬਿਮਾਰ ਹੁੰਦੇ ਨੇ ਤਾਂ ਫਿਰ ਪੇਡ ਸਿਕ ਲੀਵ ਦੇ ਹੱਕਦਾਰ ਨਹੀਂ ਹੋਣਗੇ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਇਹ ਵੀ ਕਿਹਾ ਹੈ ਕਿ ਜੇ ਸਾਥੀ ਮੁਲਕ ਸਹਿਮਤ ਹੋਣ ਤਾਂ ਉਹਨਾਂ ਮੁਲਕਾਂ ਵਾਂਗ ਕੈਨੇਡਾ ਵਿੱਚ ਵੀ ਫੁੱਲੀ ਵੈਕਸੀਨੇਟਡ ਵਿਅਕਤੀਆਂ ਨੂੰ ਵੈਕਸੀਨ ਪਾਸਪੋਰਟ ਦਿੱਤਾ ਜਾ ਸਕਦਾ ਹੈ, ਭਾਵ ਅਜਿਹਾ ਕੋਈ ਦਸਤਾਵੇਜ਼ ਜੋ ਸਾਬਿਤ ਕਰੇ ਕਿ ਧਾਰਕ ਨੇ ਵੈਕਸੀਨ ਦੀਆਂ ਪੂਰੀਆਂ ਡੋਜ਼ਸ ਲਵਾਈਆਂ ਹੋਈਆਂ ਨੇ। ਅਜਿਹੇ ਵਿੱਚ ਜਿਹੜੇ ਵੀ ਮੁਲਕ ਇਸ ਵੈਕਸੀਨ ਪਾਸਪੋਰਟ ਨੂੰ ਮਾਨਤਾ ਪ੍ਰਦਾਨ ਕਰਨਗੇ ਉੱਥੇ ਕੈਨੇਡੀਅਨਸ ਖੁੱਲ੍ਹ ਕੇ ਆ ਜਾ ਸਕਣਗੇ। Our decisions will be based on science, and the fact that those decisions are ongoing and those discussions are ongoing right now means that we will be aligned with our partners around the world. ਆਕਸਫੋਰਡ ਐਸਟਰਾਜ਼ੈਨੇਕਾ ਵੈਕਸੀਨ ਲੈਣ ਨਾਲ ਇਸ ਹਫ਼ਤੇ ਅਲਬਰਟਾ ਸੂਬੇ ਵਿੱਚ ਇੱਕ 55 ਸਾਲ ਦੀ ਔਰਤ ਦੀ ਮੌਤ ਹੋ ਗਈ। ਜਦੋਂ ਵੀ ਆਕਸਫੋਰਡ ਐਸਟਰਾਜ਼ੈਨੇਕਾ ਕੋਵਿਡ-19 ਵੈਕਸੀਨ ਲੈਣ ਨਾਲ ਕਿਸੇ ਨੂੰ ਕਲੌਟ ਬਣਦਾ ਹੈ ਜਾਂ ਮੌਤ ਹੁੰਦੀ ਹੈ ਤਾਂ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਕਹਿੰਦੀ ਹੈ ਕਿ ਇਸ ਦਾ ਫਾਇਦਾ ਇਸ ਦੇ ਨੁਕਸਾਨਾਂ ਨਾਲੋਂ ਜ਼ਿਆਦਾ ਹੈ। ਇੱਕ ਚੰਗੀ ਖਬਰ ਇਸ ਹਫ਼ਤੇ ਜ਼ਰੂਰ ਆਈ ਹੈ। ਕੈਨੇਡਾ ਵਿੱਚ ਹੁਣ 12 ਸਾਲ ਜਾਂ ਇਸ ਤੋਂ ਵੱਡੀ ਉਮਰ ਦੇ ਲੋਕ ਫਾਈਜ਼ਰ ਬਾਇਓਨਟੈਕ ਵੈਕਸੀਨ ਲੈ ਸਕਦੇ ਨੇ। US ਵਿੱਚ ਵੀ ਇਸ ਦੀ ਮਨਜ਼ੂਰੀ ਮਿਲ ਗਈ ਹੈ ਤੇ US ਵਿੱਚ ਹੁਣ ਖੋਜ ਕਾਰਜ ਇਸ ਚੀਜ਼ ਤੇ ਆਧਾਰਿਤ ਹੈ ਕਿ ਕੀ ਫਾਈਜ਼ਰ ਬਾਇਓਨਟੈਕ ਕੋਵਿਡ-19 ਵੈਕਸੀਨ 6 ਮਹੀਨੇ ਤੋਂ ਲੈ ਕੇ 11 ਸਾਲ ਦੀ ਉਮਰ ਦੇ ਬੱਚਿਆਂ ਨੂੰ ਵੀ ਦਿੱਤਾ ਜਾ ਸਕਦਾ ਹੈ। ਉਧਰ ਯੂਰਪੀਅਨ ਯੂਨੀਅਨ ਨੇ ਚੀਨ ਦੇ ਬਣਾਏ ਸਾਈਨੋਵੈਕ ਵੈਕਸੀਨ ਦਾ ਰਿਵਿਊ ਸ਼ੁਰੂ ਕਰ ਦਿੱਤਾ ਹੈ।
ਫਾਈਜ਼ਰ, ਮੋਡਰਨਾ ਅਤੇ ਐਸਟ੍ਰਾਜ਼ੈਨੇਕਾ ਤਿੰਨੇ ਵੈਕਸੀਨਸ ਦੀਆਂ ਪ੍ਰੋਡਕਸ਼ਨ ਫੈਸਿਲਿਟੀਜ਼ ਯੂਰਪ ਵਿੱਚ ਹੈਗੀਆਂ ਨੇ, ਪਰ ਹੁਣ ਹਾਲ ਇੰਨਾ ਮਾੜਾ ਹੋ ਗਿਆ ਕਿ ਚੀਨੀ ਵੈਕਸੀਨ ਨੂੰ ਮਨਜ਼ੂਰੀ ਦੇਣ ਦੀ ਤਿਆਰੀ ਚੱਲ ਰਹੀ ਹੈ, ਜਿਸ ਨੂੰ ਸਿਰਫ ਚੀਨ ਅਤੇ ਬ੍ਰਾਜ਼ੀਲ ਵਿੱਚ ਹੀ ਅਜੇ ਤੱਕ ਮਾਨਤਾ ਪ੍ਰਾਪਤ ਹੈ। 6 ਮਈ ਨੂੰ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਆਏ ਪੋਜ਼ਿਟਿਵ ਮਾਮਲਿਆਂ ਦਾ ਅੰਕੜਾ ਮੁੜ 4 ਲੱਖ ਦੀ ਹੱਦ ਪਾਰ ਕਰ ਗਿਆ। 24 ਘੰਟਿਆਂ ਦੌਰਾਨ ਭਾਰਤ ਭਰ ਵਿੱਚ 4,12,262 ਕੇਸ ਰਿਪੋਰਟ ਕੀਤੇ ਗਏ ਤੇ ਸਰਕਾਰੀ ਆંકੜੇ ਨੇ ਅਸਲੀਅਤ ਉਸ ਤੋਂ ਜ਼ਿਆਦਾ ਵੀ ਹੋ ਸਕਦੀ ਹੈ। ਦਿੱਲੀ ਨੂੰ 700 ਟਨ ਆਕਸੀਜਨ ਮਿਲਣ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਾਈਮ ਮਿਨਿਸਟਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇ ਇੰਨੀ ਆਕਸੀਜਨ ਰੋਜ਼ ਮਿਲਦੀ ਰਹੇ ਤਾਂ ਇੱਕ ਵੀ ਵਿਅਕਤੀ ਨਹੀਂ ਮਰੇਗਾ। ਉਧਰ ਦਿੱਲੀ ਹਾਈ ਕੋਰਟ ਨੇ ਮੋਦੀ ਸਰਕਾਰ ਨੂੰ ਕਿਹਾ ਹੈ ਕਿ ਸਰਕਾਰ ਨੇ ਬੇਸ਼ੱਕ ਸ਼ੁਤਰਮੁਰਗ ਵਾਂਗ ਰੇਤ ਵਿੱਚ ਸਿਰ ਲੁਕਾਇਆ ਹੋਇਆ ਹੈ, ਪਰ ਹਾਈ ਕੋਰਟ ਅਜਿਹਾ ਨਹੀਂ ਕਰੇਗਾ। ਭਾਰਤ ਵਿੱਚ ਹਾਲਾਤ ਇਸ ਵੇਲੇ ਬੇਹੱਦ ਮਾੜੇ ਚੱਲ ਰਹੇ ਨੇ। ਆਕਸੀਜਨ ਦੀ ਸਪਲਾਈ ਦੀ ਘਾਟ ਲਗਾਤਾਰ ਬਣੀ ਹੋਈ ਹੈ। ਹਸਪਤਾਲਾਂ ਵਿੱਚ ਬੈੱਡ ਨਾ ਹੋਣ ਕਾਰਨ ਮਰੀਜ਼ ਮਰਨ ਲਈ ਉਹਨਾਂ ਦੇ ਹਾਲ ਤੇ ਛੱਡੇ ਜਾ ਰਹੇ ਨੇ, ਪਰ ਇਸ ਮੌਕੇ ਵੀ ਕਈ ਹਸਪਤਾਲ ਮੁਨਾਫਾ ਕਮਾਉਣ ਲਈ ਨੀਚਤਾ ਦੀਆਂ ਹੱਦਾਂ ਪਾਰ ਕਰ ਰਹੇ ਨੇ। ਲੰਘੇ ਦਿਨੀ ਗੁਜਰਾਤ ਦੇ ਇੱਕ ਸਰਕਾਰੀ ਹਸਪਤਾਲ ਦੀ ਰਿਪੋਰਟ ਸਾਹਮਣੇ ਆਈ, ਜਿਸ ਵਿੱਚ ਪਤਾ ਲੱਗਿਆ ਕਿ ਮ੍ਰਿਤਕਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਸੌਂਪਣ ਦੀ ਬਜਾਏ ਬੋਡੀਜ਼ ਨੂੰ ਜ਼ਬਰਦਸਤੀ ਹਸਪਤਾਲ ਦੀ ਹੀ ਐਂਬੂਲੈਂਸ ਵਿੱਚ ਸ਼ਮਸ਼ਾਨ ਘਾਟ ਲਿਜਾਏ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਇਸ ਵਾਸਤੇ 7 ਤੋਂ 10,000 ਰੁਪਈਆ ਮੰਗਿਆ ਜਾ ਰਿਹਾ ਹੈ, ਨਹੀਂ ਤਾਂ ਬੋਡੀ ਨਹੀਂ ਦਿੱਤੀ ਜਾਏਗੀ। ਗੁਰਦੁਆਰੇ ਆਕਸੀਜਨ ਦਾ ਲੰਗਰ ਲਾ ਰਹੇ ਨੇ। ਹੋਰਨਾਂ ਮੁਲਕਾਂ ਦੀਆਂ ਸਰਕਾਰਾਂ ਤੇ ਖਾਲਸਾ ਏਡ ਮਦਦ ਭੇਜ ਰਹੀ ਹੈ, ਪਰ ਬੇਵਸ ਲੋਕਾਂ ਦੀ ਗਿਣਤੀ ਵਿੱਚ ਕਮੀ ਆਉਂਦੀ ਫਿਲਹਾਲ ਨਜ਼ਰ ਨਹੀਂ ਆ ਰਹੀ। ਇਸ ਕਾਮਨਾ ਦੇ ਨਾਲ ਕਿ ਸਭ ਕੁਝ ਜਲਦੀ ਠੀਕ ਹੋਵੇ, ਜਾਂਦੇ ਇੱਕ ਹਲਕੀ ਫੁਲਕੀ ਖਬਰ ਇਹ ਕਿ ਪੱਛਮ ਬੰਗਾਲ ਚੋਣਾਂ ਵਿੱਚ ਬੀਜੇਪੀ ਦੀ ਹਾਰ ਲਈ ਮੋਦੀ ਵਿਰੋਧੀ ਮੁਸਲਮਾਨਾਂ ਦੀਆਂ ਤ੍ਰਿਣਮੂਲ ਕਾਂਗਰਸ ਨੂੰ ਪਈਆਂ ਵੋਟਾਂ ਅਤੇ ਚੋਣਾਂ ਦੌਰਾਨ ਬੀਜੇਪੀ ਕਾਰਕੁਨਾਂ ਦੀ ਮੌਤ ਨੂੰ ਨਸਲਕੁਸ਼ੀ ਕਹਿਣ ਕਾਰਨ ਦੇਸ਼ ਭਗਤਾਂ ਦੀ ਮੁੱਖ ਸਪੋਕਸਪਰਸਨ ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਹਮੇਸ਼ਾ ਲਈ ਸਸਪੈਂਡ ਹੋ ਗਿਆ। ਇਹ ਸਨ ਇਸ ਹਫ਼ਤੇ ਦੀਆਂ ਕੁਝ ਖਾਸ ਕੌਮੀ ਤੇ ਕੌਮਾਂਤਰੀ ਖਬਰਾਂ। ਤੁਸੀਂ ਵੇਖ ਰਹੇ ਸੀ ਪ੍ਰੋਗਰਾਮ ਖਬਰਸਾਰ ਹਫ਼ਤਾਵਾਰ। ਮਨਿੰਦਰ ਨੂੰ ਦਿਓ ਇਜਾਜ਼ਤ।